चमरटा गांठ न जनई, लोग गठावै पनहि रहाओ। आर नहीं जे तुपों, नहीं रंबी ठाऊं रूपों। लोग गंठ गंठ खरा बिगूचा, हों बिन गांठे जाए पहुँचा। रविदास जपै राम नामा, मोह जम स्यो नाही कामा। वाहिगुरु जी का खालसा, वाहिगुरु जी की फतेह। परम सत्कारयोग सतगुरां दी साजी निवाजी साध संगत जीओ, भगतां दे उस उच्चे आशे ਨੂੰ ਸਮਝਣ ਲਈ ਜਾਂ ਤੇ ਅਸੀਂ ਉਹਨਾਂ ਦੇ ਦੱਸੇ ਮਾਰਗ ਤੇ ਚੱਲੀਏ ਜਾਂ ਫਿਰ ਪ੍ਰਭੂ ਦੀ ਕਿਰਪਾ ਹੋ ਜਾਏ। ਉਹਨਾਂ ਮਹਾਂਪੁਰਖਾਂ ਦੇ ਬੋਲਾਂ ਦੇ ਅਰਥ ਕਰਨੇ ਬੜੇ ਹੀ ਕਠਿਨ ਲੱਗਦੇ। ਜੇ ਅਸੀਂ ਪੁਰਾਤਨ ਸੰਪਰਦਾਈ ਟੀਕਾਕਾਰਾਂ ਨੂੰ ਪੜ੍ਹਦੇ ਹਾਂ, ਉਹਨਾਂ ਨੇ ਭਗਤ ਜੀ ਦੇ ਨਾਲ ਕਈ ਤਰ੍ਹਾਂ ਦੀਆਂ ਸਾਖੀਆਂ ਜੋੜੀਆਂ ਹਨ, ਪਰ ਉਹ ਸਾਖੀਆਂ ਵੀ 100% ਭਗਤ ਜੀ ਦੇ ਉਸ ਉੱਚ ਆਸ਼ੇ ਨਾਲ ਫਿੱਟ ਨਹੀਂ ਬੈਠਦੀ, ਡੰਗ ਸਾਰੀ ਤੇ ਹੋ ਜਾਂਦੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਗਤ ਜੀ ਦਾ ਸੰਬੰਧ ਉਸ ਬਰਾਦਰੀ ਨਾਲ ਹੈ ਜਿਹੜੇ ਚਮੜੇ ਨਾਲ ਸੰਬੰਧ ਰੱਖਦੇ। ਭਗਤ ਜੀ ਦੀ ਆਪਣੀ ਬਾਣੀ ਤੋਂ ਵੀ ਸਪਸ਼ਟ ਹੁੰਦਾ ਕਿ ਮੇਰੀ ਕੁਲ ਦੇ ਬੰਦੇ ਹਾਲੀ ਵੀ ਬਨਾਰਸ ਦੇ ਨੇੜੇ ਮਰੇ ਹੋਏ ਪਸ਼ੂ ਚੁੱਕ ਕੇ ਬਾਹਰ ਲਿਜਾਂਦੇ, ਉਹਨਾਂ ਦੇ ਚਮੜੇ ਨੂੰ ਲਾਉਂਦੇ ਹਨ, ਜੁੱਤੀਆਂ ਬਣਾਉਂਦੇ ਹਨ, ਵਗੈਰਾ ਵਗੈਰਾ। ਭਗਤ ਜੀ ਇਸ ਗੱਲ ਤੋਂ ਕੋਈ ਲੁਕੋ ਨਹੀਂ ਕਰਦੇ। ਲੋਕ ਆਪਣੀਆਂ ਜ਼ਾਤਾਂ ਨੂੰ ਲੁਕਾਉਂਦੇ ਹਨ ਔਰ ਝੂਠ ਮੂਠ ਉੱਚੇ ਬਣਨ ਦਾ ਯਤਨ ਕਰਦੇ, ਪਰ ਭਗਤ ਰਵਿਦਾਸ ਜੀ ਨੂੰ ਜੋ ਪਰਮਾਤਮਾ ਦੀ ਭਗਤੀ ਵਿੱਚ ਆਨੰਦ ਰਸ ਆਇਆ, ਉਹਨਾਂ ਦੀ ਹਰ ਗੱਲ ਵਿੱਚ ਇਤਨਾ ਡੂੰਘਾ ਗਿਆਨ ਹੈ ਕਿ ਉਹਨੂੰ ਸਮਝਣ ਵਾਸਤੇ ਭਗਤ ਜੀ ਦੀ ਸਾਰੀ ਬਾਣੀ ਦਾ ਅਧਿਐਨ ਕਰਨਾ ਬੜਾ ਜ਼ਰੂਰੀ। ਹੁਣ ਟੀਕਾਕਾਰਾਂ ਨੇ ਲਿਖਿਆ ਕਿ ਭਗਤ ਜੀ ਜੁੱਤੀਆਂ ਗੰਢਦੇ ਹਨ, ਕੋਈ ਸ਼ੱਕ ਨਹੀਂ। ਉਹਨਾਂ ਦਾ ਕਿੱਤਾ ਹੀ ਪ੍ਰੋਫੈਸ਼ਨ ਹੀ ਇਹ ਹੈ। ਤੇ ਕਈ ਵਾਰੀ ਕੋਈ ਲੋੜਵੰਦ ਆ ਜਾਂਦਾ ਜਿਹਦੇ ਕੋਲ ਪੈਸੇ ਨਹੀਂ, ਤੇ ਬਿਨਾਂ ਪੈਸੇ ਲਏ ਵੀ ਉਹਦੀ ਜੁੱਤੀ ਗੰਢ ਦਿੰਦੇ। ਇਹ ਸਾਰੀਆਂ ਗੱਲਾਂ ਉਹਨਾਂ ਦੇ ਭਗਤੀ ਭਾਵ, ਉਹਨਾਂ ਦੇ ਹਿਰਦੇ ਦੀ ਨਿਰਮਲਤਾ ਤੇ ਉਹਨਾਂ ਦੀ ਮਨੁੱਖਤਾ ਪ੍ਰਤੀ ਸੇਵਾ ਕਰਨ ਦੀ ਭਾਵਨਾ ਤੇ ਉਜਾਗਰ ਹੁੰਦੀ। ਪਰ ਟੀਕਾਕਾਰਾਂ ਨੇ ਲਿਖ ਦਿੱਤਾ ਕਿ ਭਗਤ ਜੀ ਨੂੰ ਬੜਾ ਤਰਸ ਆਇਆ, ਭਗਵਾਨ ਨੂੰ ਬੜਾ ਤਰਸ ਆਇਆ ਕਿ ਮੇਰਾ ਭਗਤ ਹੋ ਕੇ ਜੁੱਤੀਆਂ ਗੰਢਦਾ ਹੈ। ਕਿੱਤਾ ਕੋਈ ਮਾੜਾ ਨਹੀਂ, ਕਿੱਤਾ ਕੋਈ ਵੀ ਕਰ ਸਕਦਾ। ਕਿਰਤ ਕਰਨ ਵਾਸਤੇ ਕਿਤੇ ਨੂੰ ਮਾੜਾ ਨਹੀਂ ਕਿਹਾ। ਮਾੜਾ ਉਦੋਂ ਹੁੰਦਾ ਜਦੋਂ ਕਰਨ ਵਾਲੇ ਦੀ ਨੀਅਤ ਮਾੜੀ ਹੋ ਜਾਏ। ਭਗਤ ਜੀ ਦੀ ਕਿਰਤ ਹੋਆ, ਕਹਿੰਦੇ ਭਗਵਾਨ ਆਏ, ਸਾਧੂ ਦੇ ਰੂਪ ਵਿੱਚ ਆਏ। ਕੋਈ ਕਹਿੰਦਾ ਉਹਨਾਂ ਦੀ ਰੰਬੀ ਆਰੀ ਜੋ ਵੀ ਕੁਝ ਸੀ ਉਹ ਸੋਨੇ ਦੀ ਬਣਾ ਦਿੱਤੀ। ਕਿਸੇ ਨੇ ਲਿਖਿਆ ਕਿ ਉਹ ਪਾਰਸ ਦੀ ਬੱਟੀ 'ਤੇ ਗਏ।
ਉਹਨੇ ਕਿਹਾ ਕੀ ਹੈ? ਕਹਿੰਦੇ ਪਾਰਸ ਦੀ ਬੱਟੀ, ਜਿਹਨੂੰ ਛੁਆਏਂਗਾ ਸੋਨਾ ਬਣ ਜਾਏਗਾ। ਮੇਰੇ ਕੋਲੋਂ ਤੇਰੀ ਇਹ ਗਰੀਬੀ ਬਰਦਾਸ਼ਤ ਨਹੀਂ ਹੁੰਦੀ। ਇਸ ਤਰ੍ਹਾਂ ਦੀਆਂ ਇੱਕ ਨਹੀਂ ਅਨੇਕਾਂ ਸਾਖੀਆਂ ਕਹਾਣੀਆਂ ਜੋੜੀਆਂ ਗਈਆਂ। ਬੰਦਾ ਥੋੜ੍ਹੀ ਦੇਰ ਵਾਸਤੇ ਆਪਣੇ ਮਨ ਨੂੰ ਤਸੱਲੀ ਵੀ ਦੇ ਲੈਂਦਾ ਹੈ, ਠੀਕ ਹੋਵੇਗਾ। ਕਾਫੀ ਦਿਨਾਂ ਬਾਅਦ ਉਹੀ ਸਾਧੂ ਫਿਰ ਵਾਪਸ ਆਇਆ। ਭਗਤ ਜੀ ਨੇ ਤਾਂ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਆਖਿਆ ਭਾਈ ਤੁਸੀਂ ਆਪਣੀ ਇਹ ਪਾਰਸ ਬੱਟੀ ਪੱਥਰ ਜੋ ਕੁਝ ਹੈਗਾ ਉੱਥੇ ਰੱਖ ਦਿਓ, ਜਦੋਂ ਤੁਸੀਂ ਵਾਪਸ ਆਓਗੇ ਆਪਣੀ ਲੈ ਲਿਆ। ਕਿਉਂਕਿ ਭਗਤ ਜੀ ਦਾ ਨਾ ਅਮੀਰ ਬਣਨ ਦਾ ਧਿਆਨ ਹੈ, ਨਾ ਸੋਨਾ ਬਣਾਉਣ ਦਾ ਧਿਆਨ ਹੈ। ਉਹਨਾਂ ਨੂੰ ਤੇ ਪਰਮਾਤਮਾ ਦੇ ਨਾਮ ਸਿਮਰਨ ਦੀ ਲਟਕ ਲੱਗੀ ਹੋਈ। ਕਹਿੰਦੇ ਜਦੋਂ ਕੁਝ ਮਹੀਨਿਆਂ ਬਾਅਦ ਉਹੀ ਸਾਧੂ ਵਾਪਸ ਆਇਆ ਤੇ ਉਹਨੇ ਵੇਖਿਆ ਵੀ ਭਗਤ ਜੀ ਦਾ ਤੇ ਉਹੀ ਹਾਲ ਹੈ, ਉਹੋ ਹੀ ਟੁੱਟੀ ਛਪਰੀ ਤੇ ਉਹੋ ਹੀ ਉਹਨਾਂ ਦੀ ਆਰ ਤੇ ਰੰਬੀ, ਸਭ ਕੁਝ ਉਹੀ ਕਿਰਤ ਕਰ ਰਹੇ। ਮਤਲਬ ਉਹਨਾਂ ਨੇ ਉਸ ਪਾਰਸ ਬੱਟੀ ਨੂੰ ਵਰਤਿਆ ਨਹੀਂ। ਹੁਣ ਇਹ ਸਾਖੀ ਤੇ ਠੀਕ ਹੈ, ਸਾਖੀ ਬਣਾ ਵੀ ਦਿੱਤੀ। ਹੁਣ ਜਿਨ੍ਹਾਂ ਨੂੰ ਨੇਕ ਕਮਾਈ ਕਰਨ ਦੀ ਆਦਤ ਹੋ ਜਾਂਦੀ, ਜਿਨ੍ਹਾਂ ਤੇ ਪ੍ਰਭੂ ਦੀ ਕਿਰਪਾ ਹੋ ਜਾਏ, ਉਹਨਾਂ ਨੂੰ ਭਾਵੇਂ ਕੋਈ ਲੱਖ ਲਾਲਚ ਦੇਵੇ, ਉਹ ਆਪਣੇ ਸਿਧਾਂਤ ਨੂੰ ਨਹੀਂ ਢੋਲਦੇ, ਆਪਣੇ ਸਿਧਾਂਤ ਦਾ ਤਿਆਗ ਨਹੀਂ ਕਰਦੇ। ਹੁਣ ਜਦੋਂ ਕਿ ਅੱਜ ਅਸੀਂ ਦੇਖਦੇ ਹਾਂ ਬੜੇ ਬੜੇ ਲੋਕ ਜਿਨ੍ਹਾਂ ਕੋਲ ਅੱਗੇ ਹੀ ਮਾਇਆ ਬਹੁਤ ਹੈ, ਉਹ ਮਾਇਆ ਪਿੱਛੇ ਸਭ ਕੁਝ ਆਪਣਾ ਧਰਮ ਵੀ ਤਿਆਗਦੇ ਨੇ, ਆਪਣੇ ਸਿਧਾਂਤਾਂ ਨੂੰ ਹੀ ਛਿੱਕੇ ਤੇ ਟੰਗ ਦਿੰਦੇ। ਪਰ ਭਗਤ ਰਵਿਦਾਸ ਜੀ ਬਹੁਤ ਪਵਿੱਤਰ ਆਤਮਾ ਹੈ। ਉਹਨਾਂ ਨੇ ਜੋ ਕਿਹਾ ਅਸੀਂ ਉਸ ਨੂੰ ਸਮਝਣ ਤੱਕ ਨਹੀਂ ਪਹੁੰਚੇ, ਅਸਮਰਥ। ਭਗਤ ਜੀ ਕਹਿੰਦੇ ਨੇ ਚਮਰਟਾ ਗਾਂਠ ਨ ਜਨਈ। ਹੁਣ ਅੱਖਰ ਤੇ ਚਮਰਟਾ ਗਰੀਬ ਚਮਿਆਰ ਨੂੰ ਕਹਿੰਦੇ ਨੇ। ਪਿੰਡਾਂ ਵਿੱਚ ਅੱਜ ਵੀ ਦੇਖਿਆ ਕਿ ਜਿਹੜੇ ਉੱਚੀ ਜਾਤ ਦੇ ਲੋਕ ਨੇ ਉਹ ਛੋਟੀ ਜਾਤ ਵਾਲਿਆਂ ਨੂੰ ਟੌਂਚ ਕਰਨ ਲਈ, ਨਫ਼ਰਤ ਕਰਨ ਲਈ, ਚੋਅ ਬਣਾਉਣ ਲਈ ਉਹ ਚਮਾਰਟੇ, ਅਰੇ ਚਮਾਰ ਕੇ, ਇਹੋ ਜਿਹੇ ਘਟੀਆ ਸ਼ਬਦ ਵਰਤੇ। ਕਿਉਂਕਿ ਉਹਨਾਂ ਦੇ ਅੰਦਰ ਬ੍ਰਾਹਮਣ ਦੀ ਉਸ ਵਰਨ ਵੰਡ ਦਾ ਅਸਰ ਹੈ। ਤੇ ਜਿਨ੍ਹਾਂ ਭਗਤਾਂ ਨੂੰ ਇਹ ਸਮਝ ਆ ਗਈ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹ ਸਗੋਂ ਇਹੋ ਜਿਹੇ ਲੋਕਾਂ ਦੀ ਇਹ ਸੋਚਣੀ ਉੱਤੇ ਹੱਸਦੇ ਹਨ ਵੀ ਕਿਹੜੇ ਮੂਰਖ ਲੋਕ। ਰੱਬ ਨੇ ਬਣਾਏ ਬੰਦੇ ਨੇ, ਰੱਬ ਇੱਕ ਹੈ, ਬਣਾਉਣ ਵਾਲਾ ਇੱਕ ਹੈ, ਫਿਰ ਇਹ ਵੱਖਰੇ ਵੱਖਰੇ ਕਿਵੇਂ ਹੋ ਗਏ? ਤੋ ਇਸ ਸ਼ਬਦ ਦੀ ਜਦੋਂ ਗਹਿਰਾਈ ਨਾਲ ਵਿਚਾਰ ਕੀਤੀ, ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਇਹਨੂੰ ਆਪਣੇ ਦ੍ਰਿਸ਼ਟੀਕੋਣ ਨਾਲ ਸਮਝਾਉਣ ਦਾ ਯਤਨ ਕੀਤਾ। ਆਖਿਆ ਮੈਂ ਚਮਾਰ ਕੱਲਾ ਨਹੀਂ, ਲੋਕ ਸਾਰੇ ਹੀ ਚਮਾਰ ਨੇ। ਜਿਵੇਂ ਭਗਤ ਜੀ ਕਹਿੰਦੇ ਨੇ ਮੈਂ ਕੱਲਾ ਜੁਲਾਹਾ ਨਹੀਂ, ਰੱਬ ਵੀ ਜੁਲਾਹਾ। ਪਰ ਏਡੇ ਉੱਚੇ ਆਸ਼ੇ ਨੂੰ ਸਮਝਣ ਵਾਸਤੇ ਬਹੁਤ ਡੂੰਘਾਈ ਵੀ ਜਾਣ ਦੀ ਲੋੜ ਹੈ। ਤੁਸੀਂ ਆਖੋਗੇ ਭਗਤ ਜੀ ਨੇ ਇਹ ਕਿਵੇਂ ਕਹਿਤਾ ਸਾਰੇ ਚਮਾਰ? ਆਖਣਗੇ ਗੱਲ ਅਸਲ ਵਿੱਚ ਇਹ ਹੈ, ਇਹ ਸਰੀਰ ਤੇ ਚਮੜੇ ਦਾ ਨਾ ਸਾਰਿਆਂ ਦਾ ਹੀ, ਮੇਰਾ ਵੀ ਸਰੀਰ ਚਮੜੇ ਦਾ, ਲੋਕਾਂ ਦਾ ਵੀ ਚਮੜੇ ਦਾ। ਤੇ ਲੋਕ ਇਸ ਚਮੜੇ ਨੂੰ ਗੰਢਣ ਵਾਸਤੇ, ਇਹਨੂੰ ਬਣਾਈ ਰੱਖਣ ਵਾਸਤੇ ਕਈ ਤਰ੍ਹਾਂ ਦੀ ਮਿਹਨਤ ਕਰਦੇ।
ਬਈ ਸਾਡਾ ਸਰੀਰ ਰੂਪੀ ਜਿਹੜਾ ਕੱਪੜਾ ਹੈ ਤਥਾ ਚਮੜਾ ਹੈ, ਇਹ ਬਹੁਤ ਦੇਰ ਤੱਕ ਬਣਿਆ ਰਹੇ, ਠੀਕ ਠਾਕ ਰਹੇ। ਇਹਨੂੰ ਕਈ ਤਰ੍ਹਾਂ ਦੀਆਂ ਖੁਰਾਕਾਂ ਖਵਾਉਂਦੇ ਨੇ, ਕਈ ਤਰ੍ਹਾਂ ਦੀਆਂ ਪੁਸ਼ਾਕਾਂ ਪਾਉਂਦੇ ਨੇ, ਔਰ ਕਈ ਤਰ੍ਹਾਂ ਦੀਆਂ ਦਵਾਈਆਂ ਮੈਡੀਸਨ ਖਾ ਕੇ ਇਹਨੂੰ ਠੀਕ ਰੱਖਣਾ ਚਾਹੁੰਦੇ। ਤੋ ਇਹ ਜਿਹੜਾ ਕੰਮ ਹੈ, ਇਸ ਸਰੀਰ ਰੂਪੀ ਚਮੜੇ ਨੂੰ ਗੰਢਣ ਦਾ, ਬਣਾਉਣ ਦਾ ਤਰੀਕਾ। ਪਰ ਮੇਰੇ ਤੇ ਪ੍ਰਭੂ ਦੀ ਕਿਰਪਾ ਹੋ ਗਈ, ਮੈਂ ਤੇ ਹੁਣ ਪਰਮਾਤਮਾ ਨਾਲ ਜੁੜਿਆ। ਮੈਨੂੰ ਆਪਣੇ ਸਰੀਰ ਜਾਂ ਇਹਨਾਂ ਚੀਜ਼ਾਂ ਦਾ ਕੋਈ ਫਿਕਰ ਹੀ ਨਹੀਂ। ਹੁਣ ਗੱਲ ਕਿੱਥੇ ਦੀ ਕਿੱਥੇ ਪਹੁੰਚ ਗਈ। ਚਮਰਟਾ ਗਾਂਠ ਨ ਜਨਈ। ਆਖਿਆ ਠੀਕ, ਮੈਂ ਗਰੀਬ ਚਮਿਆਰ ਹਾਂ, ਚਮਾਰ ਦਾ ਪੁੱਤਰ ਹਾਂ, ਮੈਂ ਇਨਕਾਰ ਨਹੀਂ ਕਰਦਾ। ਪਰ ਮੈਨੂੰ ਲੋਕਾਂ ਵਾਂਗੂ ਇਹ ਸਰੀਰ ਦੀ ਗੰਢ ਚੁੱਪ ਕਰਨ ਦੀ ਆਦਤ ਨਹੀਂ ਰਹੀ। ਜਿਵੇਂ ਲੋਕ ਇਸ ਸਰੀਰ ਨੂੰ ਠੀਕ ਰੱਖਣ ਲਈ ਕੀ ਕੀ ਕਰਦੇ। ਕੱਪੜਾ ਸਰੀਰ ਢੱਕਣ ਲਈ ਹੈ, ਭੋਜਨ ਸਰੀਰ ਨੂੰ ਚਲਾਉਣ ਵਾਸਤੇ। ਪਰ ਜ਼ਰਾ ਧਿਆਨ ਮਾਰ ਕੇ ਦੇਖੋ, ਲੋਕ ਇਸ ਸਰੀਰ ਨੂੰ ਕਾਇਮ ਰੱਖਣ ਲਈ, ਮੈਂ ਆਹ ਨਹੀਂ ਖਾਣਾ, ਮੈਂ ਉਹ ਖਾਣਾ ਹੈ, ਮੈਨੂੰ ਉਹ ਨਹੀਂ ਚੰਗਾ ਲੱਗਦਾ, ਮੈਨੂੰ ਉਹ ਨਹੀਂ ਚੰਗਾ। ਇਹ ਸਾਰੇ ਯਤਨ ਕਾਹਦੇ ਲਈ ਨੇ? ਸਰੀਰ ਰੂਪੀ ਜੁੱਤੀ ਨੂੰ ਗੰਢਣ ਵਾਸਤੇ। ਭਗਤ ਜੀ ਕਹਿੰਦੇ ਮੈਨੂੰ ਇਹ ਸਾਰਾ ਕੁਝ ਹੀ ਭੁੱਲ ਗਿਆ। ਪ੍ਰਭੂ ਦੇ ਸਿਮਰਨ ਕਰਨ ਕਰਕੇ ਇਸ ਸਰੀਰਕ ਮੋਹ ਦੇ ਵਿੱਚ ਫਸਣ ਦੀ ਗੱਲ ਮੈਨੂੰ ਭੁੱਲ ਗਈ। ਸਤ ਸੰਗਤ, ਸਾਖੀ ਸੁਣਾਉਣੀ, ਸਾਖੀ ਬਣਾਉਣੀ ਬੜੀ ਸੁਖੈਨ। ਪਰ ਜਿਹੜਾ ਭਗਤ ਜੀ ਦਾ ਉਹ ਉੱਚ ਆਸ਼ਾ ਹੈ ਅਧਿਆਤਮਿਕ ਦਾ, ਉਹਨੂੰ ਸਮਝਣ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ। ਜੇ ਅਸੀਂ ਨਿਰਪੱਖ ਹੋ ਕੇ ਦੇਖੀਏ ਕਿ ਅਸੀਂ ਸਾਰੇ ਸਰੀਰ ਦਾ ਪਾਲਣ ਪੋਸ਼ਣ ਨਹੀਂ ਕਰਦੇ, ਇਹਨੂੰ ਚੰਗੀ ਖੁਰਾਕ ਨਹੀਂ ਖਵਾਉਂਦੇ, ਇਹਨੂੰ ਚੰਗੀ ਪੁਸ਼ਾਕ ਨਹੀਂ ਪਾਉਂਦੇ, ਇਹਨੂੰ ਅਰੋਗ ਰੱਖਣ ਵਾਸਤੇ ਮੈਡੀਸਨ ਦਵਾਈਆਂ ਨਹੀਂ ਵਰਤਦੇ, ਇਹ ਸਾਰੇ ਯਤਨ ਇਸ ਸਰੀਰ ਰੂਪੀ ਚਮੜੇ ਨੂੰ ਗੰਢਣ ਦੇ ਨੇ। ਪਰ ਭਗਤ ਜੀ ਕਹਿੰਦੇ ਨੇ ਮੇਰੇ ਤੇ ਪ੍ਰਭੂ ਦੀ ਕਿਰਪਾ ਹੋ ਗਈ। ਚਮਰਟਾ ਗਾਂਠ ਨ ਜਨਈ। ਮੈਂ ਗਰੀਬ ਚਮਿਆਰ ਇਸ ਸਰੀਰ ਰੂਪੀ ਚਮੜੇ ਨੂੰ ਗੰਢਣ ਦੀ ਜਾਚ ਮੈਨੂੰ ਭੁੱਲ ਗਈ। ਲੋਗ ਗਠਾਵੈ ਪਨਹੀ। ਲੋਗ, ਇਹ ਠੀਕ ਹੈ ਕਿ ਲੋਕ ਦੇ ਗੱਗੇ ਨੂੰ ਔਂਕੜ ਹੈ, ਪਰ ਇਹ ਕੋਲੈਕਟਿਵ ਨਾਊਨ ਹੈ। ਇਹਦੇ ਵਿੱਚ ਸਾਰੇ ਲੋਕਾਂ ਦੀ ਗੱਲ ਹੈ। ਲੋਕ ਸਰੀਰ ਰੂਪੀ ਜੁੱਤੀ ਨੂੰ ਗੰਢਣ ਦੇ ਫਿਕਰ 'ਚ ਲੱਗੇ, ਦਿਨ ਰਾਤ ਖਾਣ ਪੀਣ ਪਹਿਨਣ ਕਮਾਲ ਹੋਈ ਪਈ ਹੈ। ਕਿਸੇ ਦੇ ਘਰ ਜਾ ਕੇ ਦੇਖੋ ਕਿੰਨਾ ਅਡੰਬਰ ਹੈ। ਮੈਂ ਇੱਕ ਦਫਾ ਅਮਰੀਕਾ ਵਿੱਚ ਨਿਊ ਜਰਸੀ ਦੇ ਇਲਾਕੇ ਵਿੱਚ ਗਲੈਨਵੁੱਡ ਜਗ੍ਹਾ ਹੈ, ਉੱਥੇ ਕਥਾ ਕਰ ਰਿਹਾ ਸੀ। ਉੱਥੇ ਇੱਕ ਸੱਜਣ, ਮੈਂ ਨਾਮ ਤੇ ਭੁੱਲ ਗਿਆ, ਬੜਾ ਪਿਆਰ ਕਰਨ ਤੇ ਕਹਿਣ ਲੱਗੇ ਮੈਂ ਨਵਾਂ ਮਕਾਨ ਬਣਾ ਰਿਹਾ, ਮੈਂ ਤੁਹਾਨੂੰ ਉੱਥੇ ਲੈ ਕੇ ਜਾਣਾ। ਮਕਾਨ ਬਣ ਰਿਹਾ ਸੀ, ਰਿਹਾਇਸ਼ ਉਹਨਾਂ ਨੇ ਕਰ ਲਈ ਸੀ। ਮੈਨੂੰ ਉਹ ਦਿਖਾਉਣ ਲੱਗੇ। ਦਿਖਾਉਂਦਿਆਂ ਇੱਕ ਕਮਰਾ ਉਹਨਾਂ ਨੇ ਖੋਲ੍ਹਿਆ। ਜੀ ਇਹ ਮੇਰਾ ਕਲੋਜ਼ਟ ਹੈ। ਮੈਂ ਕਿਹਾ ਜੀ ਇਹ ਕੀ ਹੁੰਦਾ? ਕਹਿੰਦਾ ਇਹਦੇ 'ਚ ਮੇਰੇ ਪਾਉਣ ਦੇ ਕੱਪੜੇ ਨੇ। ਜਦੋਂ ਮੈਂ ਅੰਦਰ ਝਾਕਿਆ ਅਤੇ ਉਹਦੇ ਵਿੱਚ ਲਗਭਗ 100 ਦੇ ਕਰੀਬ ਕੋਟ ਟੰਗੇ ਹੋਏ ਸਨ। ਮੈਂ ਹੈਰਾਨ ਹੋ ਗਿਆ। ਇੱਥੇ ਤਾਂ ਕਿਸੇ ਕੋਲ ਇੱਕ ਕੋਟ ਹੋਵੇ, ਵੱਧ ਤੋਂ ਵੱਧ 2 ਹੋਣਗੇ, ਇਹਨਾਂ ਕੋਲ 100 ਕੋਟ। ਇਸੇ ਤਰ੍ਹਾਂ ਅਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਅੰਦਰ ਇਸ ਸਰੀਰ ਨੂੰ ਸੁਖੀ ਰੱਖਣ ਵਾਸਤੇ ਕੀ ਕੀ ਕਰਦੇ। ਮੈਂ ਨਹੀਂ ਆਂਦਾ ਨਾ ਕਰੋ, ਪਰ
कोई सीमा कोई हद होनी चाहिए। तो भगत जी कहते ने मैं इस सरीरक मोह तो परमात्मा दे सिमरन करन करके ਉੱਚਾ ਉੱਠ ਗਿਆ। ਚਮਰਟਾ ਗਾਂਠ ਨਾ ਜਨਈ, ਠੀਕ ਹੈ ਮੈਂ ਚਮਾਰ ਹਾਂ, ਪਰ ਮੈਨੂੰ ਹੁਣ ਸਰੀਰ ਦੀ ਗੰਢ ਧੁੱਪ ਕਰਨ ਦੀ ਕੋਈ ਇੱਛਾ ਨਹੀਂ। ਲੋਕ ਗਠਾਵੈ ਪਰ ਨਹੀਂ, ਲੋਕ ਜਿਹੜੇ ਨੇ ਉਹ ਆਪਣੇ ਸਰੀਰ ਰੂਪੀ ਜੁੱਤੀ ਨੂੰ ਗੰਢਣ ਤੇ ਹੀ ਲੱਗੇ ਹੋਏ, ਸਾਰਾ ਸਮਾਂ ਇਸੇ ਗੱਲ ਤੇ ਲੱਗਾ। ਬਹੁਤ ਸਾਰੇ ਪਰਿਵਾਰਾਂ ਵਿੱਚ ਜਾਈਦਾ, ਸਵੇਰ ਦੇ ਨਾਸ਼ਤੇ 'ਚ ਇਹ ਹੋਵੇਗਾ, ਫਲਾਣੇ ਲੰਚ ਵਿੱਚ ਇਹ ਹੋਏਗਾ, ਬਲੰਚ ਵਿੱਚ ਇਹ ਹੋਏਗਾ, ਡਿਨਰ ਵਿੱਚ ਇਹ ਹੋਏਗਾ। ਇਹੋ ਜਿਹੇ ਪ੍ਰੋਗਰਾਮ ਬਣਾਉਂਦਿਆਂ ਹੀ ਸਾਰਾ ਸਮਾਂ ਬੀਤਦਾ। ਹੁਣ ਇਸ ਪੰਗਤੀ ਨੂੰ ਮੁੜ ਮੁੜ ਕੇ ਧਿਆਨ ਨਾਲ ਪੜ੍ਹੀਏ ਅਤੇ ਫਿਰ ਸ਼ੀਸ਼ੇ ਵਿੱਚੋਂ ਆਪਣਾ ਵੇਖੀਏ, ਸਾਨੂੰ ਸਮਝ ਆ ਜਾਏ। ਅਸੀਂ ਇਹ ਸਾਰੇ ਅਡੰਬਰ ਇਹ ਸਰੀਰ ਰੂਪੀ ਜੁੱਤੀ ਨੂੰ ਗੰਢਣ ਵਾਸਤੇ ਲੱਗੇ ਨੇ। ਭਗਤ ਜੀ ਕਹਿੰਦੇ ਨੇ ਮੇਰੇ ਤੇ ਪ੍ਰਭੂ ਦੀ ਕਿਰਪਾ ਹੋ ਗਈ। ਚਮਰਟਾ ਗਾਂਠ ਨ ਜਨਈ, ਮੈਂ ਸਰੀਰ ਦੀ ਗੰਢ ਧੁੱਪ ਕਰਨ ਵਾਲੇ ਪਾਸਿਓਂ ਬਿਲਕੁਲ ਅਣਜਾਣ। ਭਾਵ ਮੇਰਾ ਮੋਹ ਟੁੱਟ ਗਿਆ। ਪਰ ਲੋਕ ਗਠਾਵੈ ਪਨੀ, ਪਰ ਮੈਂ ਲੋਕਾਂ ਨੂੰ ਦੇਖਦਾ, ਲੋਕ ਇਸ ਸਰੀਰ ਰੂਪੀ ਚਮੜੇ ਨੂੰ ਜੁੱਤੀ ਨੂੰ ਗੰਢਣ ਵਾਸਤੇ ਦਿਨ ਰਾਤ ਲੱਗੇ ਹੋਏ। ਰਹਾਓ ਆਰ ਨਹੀਂ ਜੇ ਤੋਪੋਂ, ਹੁਣ ਉਹ ਜਿਹੜੀ ਗੱਲ ਹੈ ਸੋਨੇ ਦੀ ਆਰ ਬਣ ਗਈ, ਸੋਨੇ ਦੀ ਰੰਬੀ ਬਣ ਗਈ। ਇਹ ਗੱਲਾਂ ਬਹੁਤੀਆਂ ਸੱਚ ਦੀ ਕਸਵੱਟੀ ਉੱਤੇ ਪੂਰੀਆਂ ਨਹੀਂ ਉਤਰਦੀਆਂ। ਆਰ ਦਾ ਕੀ ਕੰਮ ਹੁੰਦਾ, ਰੰਬੀ ਦਾ ਕੀ ਕੰਮ ਹੁੰਦਾ। ਆਰ ਦਾ ਮੂੰਹ ਤਿੱਖਾ ਹੁੰਦਾ, ਮੋਰੀ ਕਰਨ ਵਾਸਤੇ ਆਰ ਦੀ ਵਰਤੋਂ ਕੀਤੀ ਜਾਂਦੀ, ਅਤੇ ਜਿੱਥੇ ਮੋਰੀ ਕਰਕੇ ਫਿਰ ਉਹਦੇ ਨਾਲ ਧਾਗਾ ਪਾ ਕੇ ਉਹਨੂੰ ਗੰਢਣ ਦਾ ਯਤਨ ਕੀਤਾ। ਉਸ ਗੰਢਣ ਦੀ ਕਿਰਿਆ ਨੂੰ ਤੋਪੋਂ ਕਹਿੰਦੇ ਨੇ, ਤੋਪਣਾ, ਤੋਪਾ ਲਾਉਣਾ। ਭਗਤ ਜੀ ਕਹਿੰਦੇ ਨੇ ਮੈਨੂੰ ਇਹ ਜਿਹੜੀ ਮੋਹ ਦੀ ਆਰ ਹੈ, ਜਿਹਦੇ ਨਾਲ ਲੋਕੀ ਸੰਬੰਧ ਬਣਾਉਂਦੇ ਨੇ, ਮੋਰੀਆਂ ਕਰਦੇ ਨੇ, ਮੈਨੂੰ ਇਹ ਵੀ ਕਰਨਾ ਭੁੱਲ ਗਿਆ। ਆਰ ਨਹੀਂ ਜੇ ਤੋਪੋਂ, ਮੇਰੇ ਕੋਲ ਮੋਹ ਰੂਪੀ ਆਰ ਨਹੀਂ ਹੈਗੀ ਜਿਹਦੇ ਨਾਲ ਮੈਂ ਇਸ ਸਰੀਰ ਰੂਪੀ ਜੁੱਤੀ ਨੂੰ ਤੋਪਣਾ ਕਰਾਂ, ਗੰਢਣਾ ਕਰਾਂ, ਤਥਾ ਲੋਕਾਂ ਨਾਲ ਸੰਬੰਧ ਬਣਾਉਣੇ ਕਰਾਂ। ਨਹੀਂ ਰਾਂਬੀ ਠਾਉ ਰੂਪੋਂ, ਜਿੱਥੇ ਚਮੜੇ ਦੀ ਜੁੱਤੀ ਨੂੰ ਗਾਂਢਾ ਲਾਉਣਾ ਹੁੰਦਾ ਉਹਨੂੰ ਪਹਿਲਾਂ ਰਗੜਨਾ ਪੈਂਦਾ, ਬਰਾਬਰ ਕਰਨਾ ਪੈਂਦਾ, ਅਤੇ ਉੱਥੋਂ ਰੰਬੀ ਕੰਮ ਦਿੰਦੀ। ਫਿਰ ਜਿਹੜਾ ਉੱਤੇ ਟੁਕੜਾ ਲਾਉਣਾ ਹੁੰਦਾ ਉਹਨੂੰ ਵੀ ਰੰਬੀ ਨਾਲ ਰੋਪਿਆ ਜਾਂਦਾ, ਸਾਫ਼ ਕੀਤਾ ਜਾਂਦਾ, ਤਾਂ ਜੋ ਚੰਗੀ ਤਰ੍ਹਾਂ ਉੱਥੇ ਉਹ ਟਿਕ ਜਾਏ। ਭਗਤ ਜੀ ਕਹਿੰਦੇ ਨੇ ਮੇਰੇ ਕੋਲ ਇੱਛਾਵਾਂ ਰੂਪੀ ਇਹ ਰੰਬੀ ਵੀ ਨਹੀਂ ਹੈ। ਆਰ ਨਹੀਂ ਜੇ ਤੋਪੋਂ, ਨਹੀਂ ਰਾਂਬੀ ਠਾਉ ਰੂਪੋਂ, ਮੇਰੇ ਕੋਲ ਇਹ ਦੋਵੇਂ ਚੀਜ਼ਾਂ ਨਹੀਂ ਹੈਗੀਆਂ। ਮੋਹ ਰੂਪੀ ਆਰ ਵੀ ਨਹੀਂ, ਅਤੇ ਪਲੋਸਾ ਪਲਾਸੀ ਕਰਨ ਦੀ ਮੇਰੇ ਕੋਲ ਰੰਬੀ ਵੀ ਨਹੀਂ। ਲੋਕ ਗੰਠ ਗੰਠ ਖਰਾ ਬੇਗੂਚਾ, ਲੋਕ ਇੱਥੇ ਵੀ ਗੱਗੇ ਨੂੰ ਔਂਕੜ ਹੈ, ਇਹ ਕੁਲੈਕਟਿਵ ਨਾਊਨ ਹੈ। ਭਾਵ ਲੁਕਾਈ ਦੇ ਜਿਹੜੇ ਲੋਕ ਨੇ, ਗੰਠ ਗੰਠ ਖਰਾ ਬੇਗੂਚਾ, ਗੰਠ ਦੇ ਠੱਠੇ ਨੂੰ ਸਿਆਰੀ ਗੰਢ ਗੰਢ ਕੇ ਖਰਾ ਖੱਜਲ ਹੋ ਰਿਹਾ, ਸਾਰਾ ਦਿਨ ਰਾਤ ਇਹੀ ਫਿਕਰ ਰੱਖਾ, ਮੈਂ ਉਹ ਪਾਣਾ, ਮੈਂ ਉਹ ਖਾਣਾ, ਮੈਂ ਆਹ ਕਰਨਾ, ਮੈਂ ਉਹ ਕਰਨਾ। ਬਗੂਚਾ ਦਾ ਮਤਲਬ ਹੈ ਖੱਜਲ ਹੋ ਰਿਹਾ। ਲੋਕ ਗੰਠ ਗੰਠ ਖਰਾ ਬਗੂਚਾ, ਹਉ ਬਿਨ ਗਾਂਠੇ ਜਾਏ ਪਹੁੰਚਾ, ਮੈਂ ਸਰੀਰਕ ਮੋਹ ਤੋਂ
ਇਸ ਲੇਪਾ ਪੋਚੀ ਤੋਂ, ਇਸ ਦਿਖਾਵੇ ਤੋਂ ਰਹਿਤ ਹੋ ਕਰਕੇ, ਬਿਨਾਂ ਇਸ ਸਰੀਰ ਦਾ ਫਿਕਰ ਕੀਤਿਆਂ ਮੈਂ ਪਰਮਾਤਮਾ ਦਾ ਸਿਮਰਨ ਕਰਕੇ ਉਹਦੇ ਚਰਨਾਂ ਨਾਲ ਪਹੁੰਚ ਗਿਆ। ਮੇਰੀ ਉਹਦੇ ਨਾਲ ਸਾਂਝ ਬਣ ਗਈ। ਹੁਣ ਦੇਖੋ ਸਾਧ ਸੰਗਤ, ਅਖਰੀ ਅਰਥ ਕਰਾਂਗੇ ਤੇ ਅਖਰੀ ਅਰਥ ਹੋ ਜਾਣਗੇ। ਸਾਖੀ ਵੀ ਬਣ ਜਾਏਗੀ ਕਿ ਜੀ ਰੱਬ ਜੀ ਨੂੰ ਤਰਸ ਆਇਆ, ਇਹ ਮੇਰਾ ਭਗਤ ਹੈ, ਇਹ ਲੋਕਾਂ ਤੋਂ ਪੈਸੇ ਨਹੀਂ ਲੈਂਦਾ, ਇਹ ਗਰੀਬੀ ਵਿੱਚ ਦਿਨ ਕੱਟ ਰਿਹਾ, ਇਸ ਲਈ ਇਹਦਾ ਸਭ ਕੁਝ ਸੋਨੇ ਦਾ ਬਣਾਤਾ ਜਾ। ਯਾਦ ਰੱਖੋ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਪਿਆਰ ਦੀ ਕਣੀ ਆ ਜਾਂਦੀ ਹੈ, ਉਹ ਇਹਨਾਂ ਚੀਜ਼ਾਂ ਤੋਂ ਰਹਿਤ ਹੋ ਜਾਂਦੇ। ਤੇ ਲੋਕਾਂ ਵੱਲ ਵੇਖ ਕੇ ਉਹ ਕਹਿੰਦੇ ਲੋਕ ਕੀ ਕਰ ਰਹੇ। ਦੇਖੋ, ਜੀਵਨ ਤੇ ਹਰ ਕੋਈ ਜੀ ਰਿਹਾ, ਗਰੀਬ ਵੀ ਜੀ ਰਿਹਾ, ਅਮੀਰ ਵੀ ਜੀ ਰਿਹਾ। ਜਿਹੜਾ ਸੋਨੇ ਦੀ ਥਾਲੀ ਵਿੱਚ ਰੋਟੀ ਖਾਂਦਾ ਉਹ ਵੀ ਜੀ ਰਿਹਾ, ਤੇ ਜਿਹੜਾ ਹੱਥ ਤੇ ਰੱਖ ਕੇ ਜਾਂ ਪੱਤਲ ਤੇ ਰੱਖ ਕੇ ਰੋਟੀ ਖਾ ਲੈਂਦਾ ਉਹ ਵੀ ਜੀ ਰਿਹਾ। ਪਰ ਸਾਡਾ ਬਹੁਤਾ ਸਮਾਂ, ਬਹੁਤੇ ਲੋਕਾਂ ਦਾ ਪਰਮਾਤਮਾ ਦਾ ਸਿਮਰਨ ਛੱਡ ਕੇ ਇਹਨਾਂ ਦੁਨਿਆਵੀ ਇੱਛਾਵਾਂ ਦੀ ਪੂਰਤੀ 'ਚ ਲੱਗਾ ਹੋਇਆ। ਭਗਤ ਜੀ ਠੀਕ ਕਹਿੰਦੇ ਨੇ, ਚਮਰਟਾ ਗਾਂਠ ਨ ਜਨਈ, ਲੋਗ ਗਠਾਵੇ ਪਨਹੀ, ਰਾਹੋ ਆਰ ਨਹੀਂ ਜੇ ਤੋਪੋਂ, ਨਹੀਂ ਰਾਂਬੀ ਠਾਉ ਰੂਪੋਂ। ਲੋਗ ਗੰਠ ਗੰਠ ਖਰਾ ਬਿਗੂਚਾ, ਹਉ ਬਿਨ ਗਾਂਠੇ ਜਾਏ ਪਹੁੰਚਾ। ਮੈਂ ਇਹਦੀ ਗੰਢ ਧੁੱਪ ਕਰੇ ਤੋਂ ਬਿਨਾਂ ਹੀ ਉਸ ਪਰਮਾਤਮਾ ਤੱਕ ਪਹੁੰਚ ਗਿਆ। ਮੇਰੀ ਹੁਣ ਉਹਦੇ ਨਾਲ ਪ੍ਰੀਤ ਲੱਗ ਗਈ। ਪਿੱਛੇ ਵੀ ਆਇਆ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਚੋਂ ਜੋਰ ਅਵਰ ਸੰਗ ਤੋਰੀ। ਤੋ ਗੱਲ ਕੀ ਭਗਤ ਜੀ ਨੇ ਬੜਾ ਸਪਸ਼ਟ ਰੂਪ ਵਿੱਚ ਸਮਝਾਇਆ। ਹਾਂ, ਸਾਡੀ ਬੁੱਧੀ ਕਿਉਂਕਿ ਸਿਰਫ ਰੌਚਕਤਾ ਪੈਦਾ ਕਰਨ ਲਈ ਸਰੋਤਿਆਂ ਨੂੰ ਸਾਖੀਆਂ ਸੁਣਾ ਕੇ ਟਾਈਮ ਪਾਸ ਕਰਨ ਦਾ ਯਤਨ ਤੇ ਕਰਦੇ, ਪਰ ਜੋ ਉਹਦੇ ਵਿੱਚੋਂ ਅਧਿਆਤਮਿਕ ਸਿੱਖਿਆ ਮਿਲਦੀ ਹੈ ਉਹ ਲੈਣ ਵੱਲ ਸਾਡਾ ਧਿਆਨ ਘੱਟ ਹੈ। ਪਰ ਭਗਤ ਜੀ ਸਪਸ਼ਟ ਕਹਿੰਦੇ ਨੇ, ਰਵਿਦਾਸ ਜਪੈ ਰਾਮ ਨਾਮਾ। ਰਵਿਦਾਸ ਜਪਦਾ ਹੈ ਰਾਮ ਦੇ ਨਾਮ ਨੂੰ। ਭਾਵ ਮੈਂ ਇਹਨਾਂ ਦੁਨਿਆਵੀ ਲੋੜਾਂ ਲਈ, ਮੈਂ ਆਪਣੇ ਸਰੀਰ ਦੀ ਗੰਢ ਧੁੱਪ ਕਰਨ ਲਈ ਮੈਂ ਕੋਈ ਐਸਾ ਗਲਤ ਕੰਮ ਨਹੀਂ ਕਰਦਾ। ਮੈਂ ਤੇ ਪਰਮਾਤਮਾ ਦਾ ਨਾਮ ਜਪਦਾ, ਤੇ ਹੁਣ ਨਾਮ ਜਪਣ ਕਰਕੇ ਮੋਹੇ ਜਮ ਸਿਉ ਨਾਹੀ ਕਾਮਾ। ਇਸ ਨਾਮ ਜਪਣ ਦੀ ਬਰਕਤ ਨਾਲ ਹੁਣ ਮੇਰਾ ਜਮਾਂ ਨਾਲ ਕੋਈ ਵਾਸਤਾ ਨਹੀਂ, ਜਮਾਂ ਦੇ ਮੱਥੇ ਨਹੀਂ ਲੱਗਣਾ, ਜਮਾਂ ਨਾਲ ਮੈਨੂੰ ਵਾਹ ਨਹੀਂ ਪੈਂਦਾ। ਤੋ ਦੇਖੋ ਭਗਤ ਰਵਿਦਾਸ ਜੀ ਦੇ ਆਸ਼ੇ ਨੂੰ ਤੇ ਉਹ ਆਪ ਹੀ ਸਮਝਦੇ ਨੇ, ਪਰ ਵਿਦਵਾਨਾਂ ਤੋਂ ਟੇਕ ਲੈ ਕੇ ਜੋ ਸੇਧ ਮਿਲਦੀ ਹੈ ਉਹ ਸਾਨੂੰ ਸਾਰਿਆਂ ਨੂੰ ਪ੍ਰੇਰਦੀ ਹੈ ਕਿ ਭਾਈ ਅਸੀਂ ਮਾਇਆ ਦੇ ਮੋਹ ਵਿੱਚ ਫਸ ਕੇ ਸਿਰਫ ਸਰੀਰ ਦੀ ਗੰਢ ਧੁੱਪ ਕਰਨ ਲਈ ਠੱਗੀਆਂ ਠੋਰੀਆਂ ਨਾ ਕਰੀਏ, ਹੇਰਾ ਫੇਰੀਆਂ ਨਾ ਕਰੀਏ। ਪਰਮਾਤਮਾ ਨੇ ਪੈਦਾ ਕੀਤਾ, ਰੋਜ਼ੀ ਵੀ ਦੇਗਾ। ਇਸੇ ਲਈ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿਰਤ ਕਰੋ ਪਰ ਨਾਲ ਨਾਮ ਵੀ ਜਪੋ, ਤੇ ਨਾਮ ਜਪਣ ਦੇ ਨਾਲ ਨਾਲ ਵੰਡ ਕੇ ਵੀ ਛਕੋ। ਤੋ ਭਗਤ ਰਵਿਦਾਸ ਜੀ ਕਹਿੰਦੇ ਨੇ ਪ੍ਰਭੂ ਦੇ ਸਿਮਰਨ ਦੀ ਬਰਕਤ ਨਾਲ ਹੁਣ ਮੈਂ ਇਸ ਸਰੀਰ ਦੀਆਂ ਲੋੜਾਂ ਦੀ ਪੂਰਤੀ ਲਈ ਕੋਈ ਗਲਤ ਕੰਮ ਨਹੀਂ ਕਰਦਾ। ਤੋ ਜਿਹੜੇ ਪਰਮਾਤਮਾ ਦਾ ਸਿਮਰਨ ਕਰਨ ਲੱਗ ਜਾਂਦੇ ਉਹਨਾਂ ਦੀਆਂ ਦੁਨਿਆਵੀ ਇੱਛਾਵਾਂ, ਦੁਨਿਆਵੀ ਸੰਕਲਪ ਵਿਕਲਪ ਮੁੱਕ ਜਾਂਦੇ ਨੇ, ਤੇ ਉਹਨਾਂ ਨੂੰ ਪਰਮਾਤਮਾ ਦੇ ਸਿਮਰਨ ਤੁੱਲ ਹੋਰ ਕੋਈ ਕੰਮ ਵੀ ਚੰਗਾ ਨਹੀਂ ਲੱਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।